ਇੱਕ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡ ਮੇਦਨੀ। ਸਿਰੇ ਸਿਰ ਤੰਦੇ ਲਾਇਂਦਾ ਨਦਰ ਪੱਟੀ ਜੇਕਰ, ਸੁਲਤਾਨਾ ਕਾ ਕਰਾਇਂਦਾ ਦਰ ਮੰਗਣ ਪਿਕ ਨਾ ਪਾਇਂਦਾ, ਪਿਕ ਨਾ ਪਾਇਂਦਾ। ਹੁਣ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇਂਦਾ, ਵੱਡੋ ਵੱਡਾ ਵਡ ਮੇਦਨੀ। ਸਿਰ ਸਿਰ ਧੰਦੇ ਲਾਇਂਦਾ ਨਦਰ ਪੱਠੀ ਜੇ ਕਰੇ, ਸੁਲਤਾਨਾ ਕਹੋ ਕਰਾਇਂਦਾ ਦਰ ਮੰਗਨ ਪਿਖ ਨਾ ਪਾਇਂਦਾ, ਦਰ ਮੰਗਨ ਪਿਖ ਨਾ ਪਾਇਂਦਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਰਾਇਆ ਹੰਕਾਰੀ ਅਨੰਦ ਕਾਂ ਪਿਠ ਦੇ। ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ ਜਨ ਨਾਨਕ ਐਸਾ ਹਰ ਸੇਵਿਆ। ਸ਼ਲੋਕ ਮਹਲਾ ਪਹਿਲਾ। ਆਪੇ ਭਾਂਡੇ ਸਾਜਿਨ ਆਪੇ ਪੂਰਨ ਦੇ, ਇਕ ਨੇ ਦੁੱਧ ਸਮਾਈਐ ਇਕ ਚੁੱਲ੍ਹੇ ਰਹਿਣ ਚੜੇ। ਇਕ ਨੇ ਹਾਲੀ ਪੈ ਸਭਨ ਕੁਪ ਰਹਿਣ ਖੜੇ। ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਮਹਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਭੇ ਰਖੇ ਆਪ। ਤਿਸ ਵਜਨ ਤੁ ਪਾਇ ਕੈ, ਦੇਖੈ ਤਾਪ ਉਤਾਪ। ਕਿਸਨੋ ਕਿਸਨੋ ਕਹੀਐ ਨਾਨਕਾ, ਸਭ ਕਿਛ ਆਪੇ ਆਪ। ਪੌੜੀ ਵੱਡੇ ਕਿਉ ਵਡਿਆਈ, ਕਿਛ ਕਹਿਣਾ ਕਹਿ ਨ ਜਾਏ। ਸੋ ਕਰਤਾ ਕਾਦਰ ਕਰੀ ਦੇ ਜੀਆਂ, ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ। ਤੁਰ ਛੋਡੀ ਤਿਨੈ ਪਾਏ, ਨਾਨਕ ਏਕੀ ਵਾਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿਤਿ ਸਹਿ ਰਜਾਏ, ਰਜਾਏ ਰਜਾਏ ਸ਼ੁੱਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਓੜੇ ਵੱਡੇ ਕਿਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ। ਸਾਏ ਕਾਰ ਕਮਾਵਣੀ ਤੁਰ ਛੋੜੇ ਤਨੈ ਪਾਏ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੈ ਰਜਾਏ, ਸੋ ਕਰੇ ਜੇ ਤਿਸੈ ਰਜਾਏ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ। ਦਿਵਸ ਰਾਤ ਦਾਈ ਦਾਇਆ, ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ। ਬਾਚੈ ਧਰਮ ਦੂਰ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ,
ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵਾ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਾ ਨਦਰ ਕਰਮ ਹੋਵੈ, ਹਿਰਦੇ ਤਿਨਾ ਸਮਾਣੀ, ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ, ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾ। ਘਰ ਛੇਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦਿ, ਸੁਨਹੁ ਸੰਤ ਪਿਆਰੇ, ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨ ਕਾਹੂ ਜੀਓ। ਰਹਾਉ। ਮਨ ਨਿਰਮਲ ਕਰਮ ਕਰ, ਤਾਰਨ ਤਰਨ ਹਰ ਅਵਰ ਜੰਜਾਲ, ਤੇਰਾ ਕਾਹੂ ਨਾ ਕਾਮ ਜੀਓ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਏ ਉਪਦੇਸ਼ ਮੋਕਾ ਗੁਰ ਦੀਨਾ ਜੀਓ। ਤਿਸ ਸਿਉ ਨਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ। ਅੰਤ ਕੀ ਬਾਰ ਹੋ ਸੰਗ ਨਾ ਚਾਲੈ, ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ। ਜਾ ਕੈ ਸੰਗ ਤੇਰੇ ਬੰਧਨ ਛੂਟੈ, ਗਹੁ ਪਾਰ ਬ੍ਰਹਮ ਸ਼ਰਨ, ਹਿਰਦੈ ਕਮਲ ਚਰਨ। ਅਵਰ ਆਸ ਕਛ ਪਟਲ ਨਾ ਕੀਚੈ, ਸੋਈ ਭਗਤ ਗਿਆਨੀ ਧਿਆਨੀ ਤਪਾਸੋਈ। ਨਾਨਕ ਜਾ ਕਉ ਕਿਰਪਾ ਕੀਜੈ, ਸੋਈ ਭਗਤ ਗਿਆਨੀ ਧਿਆਨੀ ਤਪਾਸੋਈ। ਨਾਨਕ ਜਾ ਕਉ ਕਿਰਪਾ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਗਰੀਬ ਨਿਵਾਜ, ਵਾਲੀ ਦੋ ਜਹਾਨ, ਚਵਰ ਛਤਰ ਤਖਤ ਦੇ ਮਾਲਕ। ਗੁਰਤਾ ਗੱਦੀ ਤੇ ਸੁਭਾਈਮਾਨ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ।
ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 678 ਤੇ ਸੁਸ਼ੋਭਿਤ ਹੈ। ਧਨਾਸਰੀ ਰਾਗ ਹੈ, ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਘਰ ਛੇਵਾਂ। ਛੇਵੇਂ ਘਰ ਦੇ ਵਿੱਚ ਗਾਇਨ ਕਰਨ ਦਾ ਉਪਦੇਸ਼ ਹੈ, ਹੁਕਮ ਹੈ। ਮੰਗਲ ਹੈ ਅਕਾਲ ਪੁਰਖ ਦਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰੱਬ ਇੱਕ ਹੈ, ਓੰ ਉਹ ਪ੍ਰਕਾਸ਼ ਹੈ। ਸਾਰੇ ਸੰਸਾਰ ਦੀ ਬਾਗ ਡੋਰ ਉਸ ਦੇ ਹੱਥ ਵਿੱਚ ਹੈ। ਕਾਰ ਇੱਕ ਰਸ ਹੈ, ਉਹ ਸਤ ਹੈ। ਸਤ ਹੁੰਦਾ ਜਿਹੜਾ ਨਾ ਜੰਮੇ ਨਾ ਮਰੇ, ਉਹਦੀ ਹੋਂਦ ਹੈ। ਸਤ ਹੈ ਜਿਸ ਦਾ ਕੋਈ ਆਦਿ ਨਹੀਂ ਹੈ। ਸਤ ਹੈ ਜਿਸ ਦਾ ਅੰਤ ਹੀ ਨਹੀਂ ਹੈ। ਸਰਬ ਜਗ੍ਹਾ ਦੇ ਉੱਤੇ ਉਹ ਵਿਆਪਕ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਦੀ ਪ੍ਰਾਪਤੀ ਹੈ। ਸਤਿਗੁਰ ਉਹਦਾ ਜਿਹੜਾ ਬ੍ਰਹਮ ਗਿਆਨ ਹੈ ਉਹ ਸਤ ਹੈ। ਦੁਨੀਆ ਦੇ ਜਿਹੜੇ ਗਿਆਨ ਨੇ ਇਹ ਝੂਠੇ ਨੇ। ਬ੍ਰਹਮ ਗਿਆਨ ਨਹੀਂ ਬਦਲਦਾ, ਦੁਨੀਆ ਦੇ ਗਿਆਨ ਬਦਲਦੇ ਨੇ। ਜਿਹੜੇ ਵਿਗਿਆਨੀ ਜਦੋਂ ਕੋਈ ਖੋਜ ਕਰਦੇ ਹੈ, ਅੱਜ ਕੁਝ ਖੋਜ ਹੋਰ ਹੈ ਅਤੇ ਅੱਜ ਤੋਂ 50 ਸਾਲ ਪਹਿਲਾਂ ਕੁਝ ਹੋਰ ਸੀ ਖੋਜ। ਆਉਣ ਵਾਲੇ 50 ਸਾਲਾਂ 'ਚ ਖੋਜ ਹੋਰ ਬਦਲ ਜਾਣੀ ਹੈ। ਅੱਜ ਕੁਝ ਹੋਰ ਕਿਹਾ, ਕੱਲ੍ਹ ਕੁਝ ਹੋਰ ਕਹਿਣਗੇ। ਪਹਿਲਾਂ ਕੁਝ ਹੋਰ ਕਹਿੰਦੇ ਸੀ, ਉਹ ਬਦਲਦੇ ਨੇ। ਪਰ ਜਿਹੜਾ ਗੁਰੂ ਵੱਲੋਂ ਸਾਨੂੰ ਦੱਸਿਆ ਅਕਾਲ ਪੁਰਖ ਦੇ ਸੰਬੰਧ ਵਿੱਚ ਜੋ ਗਿਆਨ ਹੈ, ਇਹ ਨਹੀਂ ਬਦਲਦਾ। ਨਾਲੇ ਗੁਰੂ ਨੇ ਗਿਆਨ ਜਿਹੜਾ ਦੱਸਿਆ ਬਾਣੀ ਦੁਆਰਾ, ਇਹ ਇਕੱਲਾ ਰੱਬ ਦਾ ਹੀ ਥੋੜ੍ਹੀ ਹੈ। ਸਾਰੇ ਸੰਸਾਰ ਬਾਰੇ ਦੱਸਿਆ, ਆਪਣੇ ਆਪ ਦੀ ਸੋਝੀ ਦਿੱਤੀ ਹੈ। ਪਾਰ ਬ੍ਰਹਮ ਪਰਮੇਸ਼ਰ ਦੀ ਸੋਝੀ ਤਾਂ ਬਾਅਦ ਵਿੱਚ ਹੀ ਆਉਂਦੀ ਹੈ ਨਾ। ਜੇ ਸਾਨੂੰ ਆਪਣੇ ਆਪ ਦੀ ਸੋਝੀ ਆਊਗੀ, ਜਾਗਿਆ ਬੰਦਾ ਹੀ ਕੋਈ ਕੰਮ ਕਰ ਸਕਦਾ, ਸੁੱਤਾ ਥੋੜ੍ਹੀ ਕੋਈ ਕਰ ਸਕਦਾ। ਜਦੋਂ ਇਹਦਾ ਮਨ ਜਾਗ ਜਾਂਦਾ ਅਤੇ ਫਿਰ ਜੋ ਇਹ ਸੋਝੀ ਲੈਂਦਾ, ਸੋਝੀ ਪ੍ਰਾਪਤ ਹੁੰਦੀ ਹੈ ਅਤੇ ਹੈਰਾਨ ਹੁੰਦਾ ਹੈ, ਵਿਸਮਾਦ ਵਿੱਚ ਚਲੇ ਜਾਂਦਾ ਹੈ ਵੀ ਇਹ ਕੀ ਮੈਂ ਕਰਦਾ ਰਿਹਾ ਅੱਜ ਤਾਈਂ। ਮੈਂ ਤਾਂ ਗਾਫਲਾਂ ਵਾਲੇ ਕੰਮ ਕਰਦਾ ਰਿਹਾ। ਪਹਿਲੋਂ ਗੁਰੂ ਗਾਫਲ ਕਹਿੰਦਾ ਸੀ ਸਾਨੂੰ, ਉਦੋਂ ਹੈਰਾਨ ਹੋਈਦਾ ਸੀ ਗਾਫਲ ਕਿਵੇਂ ਹੋ। ਜਦੋਂ ਆਪਣੇ ਆਪ ਦੀ ਸਮਝ ਪੈ ਗਈ, ਹੁਣ ਖੁਦ ਗਾਫਲ ਕਹਿੰਦੇ ਆ ਆਪਣੇ ਆਪ ਨੂੰ। ਮੇਰੇ ਵਰਗਾ ਕੋਈ ਪਾਪੀ ਨਹੀਂ ਹੈ, ਮੇਰੇ ਵਰਗਾ ਕੋਈ ਅਵਗੁਣਾਂ ਦਾ ਭਰਿਆ ਨਹੀਂ ਹੈ, ਕਿਉਂਕਿ ਸੋਝੀ ਪੈ ਗਈ ਨਾ, ਜਾਗ ਗਿਆ। ਜਿੰਨਾ ਚਿਰ ਨਹੀਂ ਸੋਝੀ ਸੀ ਉਹਨਾਂ ਚਿਰ ਆਪਣੇ ਆਪ ਨੂੰ ਵੱਡਾ ਕਹਿੰਦਾ ਸੀ, ਆਪਣੀ ਮੱਤ ਨੂੰ ਵੱਡਾ ਕਹਿੰਦਾ ਸੀ, ਆਪਣੇ ਕੰਮਾਂ ਨੂੰ ਚੰਗਾ ਕਹਿੰਦਾ ਸੀ। ਇਹ ਸੋਝੀ ਬਾਣੀ ਨਾਲ ਆਉਂਦੀ ਹੈ, ਗੁਰਬਾਣੀ ਗਿਆਨ ਨਾਲ ਆਉਂਦੀ ਹੈ। ਮਹਾਰਾਜ ਕਿਰਪਾ ਕਰਦੇ ਨੇ। ਆਓ ਸਮਝੀਏ। ਸੁਨਹੁ ਸੰਤ ਪਿਆਰੇ, ਬਿਨੋ ਹਮਾਰੇ ਜਿਉ। ਸੋ ਸਤ ਸੰਗੀ ਜਨੋਂ ਰੱਬ ਦੇ ਜਿਹੜੇ ਪਿਆਰੇ ਹੁੰਦੇ ਨੇ, ਉਹਨਾਂ ਦੀ ਗੱਲ ਹੈ। ਪਰਮਾਤਮਾ ਦੇ ਪਿਆਰੇ, ਗੁਰੂ ਤਾਂ ਆਪਣੇ ਪਿਆਰਿਆਂ ਨੂੰ ਸੰਤ ਕਹਿੰਦਾ, ਸਾਧ ਕਹਿੰਦਾ। ਕਦੀ ਸੰਤ ਲਫ਼ਜ਼ ਦੇ ਨਾਲ, ਸਾਧ ਲਫ਼ਜ਼ ਦੇ ਨਾਲ ਗੁਰਸਿੱਖ, ਗੁਰਮੁਖ, ਜਦੋਂ ਮਹਾਰਾਜ ਕਹਿੰਦੇ ਧੰਨ ਧੰਨ ਭਾਗ ਤੇ ਨਾ ਗੁਰਮੁਖਾਂ, ਗੁਰਸਿੱਖ ਲੈ ਮਨ ਜਣਤਿਆਂ। ਸੋ ਫਿਰ ਕਹਿੰਦੇ ਨੇ ਧੰਨ ਧੰਨ ਭਾਗ ਤੇ ਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਧੰਨ ਧੰਨ ਭਾਗ ਤੇ ਨਾ ਸੰਤ ਜਨਾ, ਹਰ ਜਸ ਸ਼ਰਵਣੀ ਸੁਣਤੇ ਆ, ਜਿਹਨੂੰ ਸੁਣਨਾ ਆ ਗਿਆ।
ਜਿਹਨੂੰ ਬਾਣੀ ਸੁਣਨੀ ਆ ਗਈ ਗੁਰੂ ਤਾਂ ਉਹਨੂੰ ਸੰਤ ਦੇ ਨਾਂ ਦੇ ਨਾਲ ਨਿਵਾਜਦਾ। ਗੁਰੂ ਜਿੰਨਾ ਆਪਣੇ ਸਿੱਖ ਨੂੰ ਸਤਿਕਾਰ ਦਿੰਦਾ ਅਸੀਂ ਦੇ ਹੀ ਨਹੀਂ ਸਕਦੇ। ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਓ। ਸੋ ਇਹ ਰੱਬ ਦੇ ਪਿਆਰਿਓ ਸੁਣੋ। ਹੁਣ ਜੇ ਗੁਰੂ ਆਪਣਿਆਂ ਪਿਆਰਿਆਂ ਨੂੰ ਪਿਆਰਾ ਕਹਿੰਦਾ, ਗੁਰੂ ਆਪਣੇ ਪਿਆਰਿਆਂ ਨੂੰ ਪਿਆਰਾ ਕਹਿੰਦਾ। ਹੁਣ ਗੁਰੂ ਕਲਗੀਧਰ ਮਹਾਰਾਜ ਨੇ ਕਿਹਾ ਪਿਆਰੇ ਭਾਈ ਦਇਆ ਸਿੰਘ ਜੀ, ਕਿਸੇ ਸਿੱਖ ਨੇ ਥੋੜ੍ਹੀ ਨਾਂ ਰੱਖਿਆ ਉਹਨਾਂ ਦਾ। ਆਪਣੇ ਸਿੱਖ ਨੂੰ ਪਿਆਰ ਦੇ ਨਾਲ ਪਿਆਰਾ ਕਹਿਣੇ ਵਾਲੇ ਸਤਿਗੁਰੂ, ਤੇ ਕੀ ਆਪਾਂ ਨਹੀਂ ਭਾਈ ਗੁਰਮੁਖਾਂ ਨੂੰ, ਜਿਹੜੇ ਗੁਰਸਿੱਖ ਨੇ ਸੰਤ ਜਾਨੇ, ਉਹਨਾਂ ਨੂੰ ਪਿਆਰੇ ਕਹਿ ਸਕਦੇ? ਸਾਨੂੰ ਤਰੀਕਾ ਦੱਸਿਆ ਨਾ ਮਹਾਰਾਜ ਨੇ। ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਓ। ਹੇ ਸੰਤ ਜਨੋ, ਮੇਰੀ ਜਿਹੜੀ ਬੇਨਤੀ ਹੈ ਉਹ ਕਿਰਪਾ ਕਰਕੇ ਸੁਣੋ। ਮੇਰੀ ਜਿਹੜੀ ਬੇਨਤੀ ਆਪਣੇ ਜੀ ਦੇ ਨਾਲ ਸੁਣੋ, ਅੰਦਰੋਂ ਸੁਣੋ, ਧਿਆਨ ਦੇ ਕੇ ਸੁਣੋ। ਬਿਨੋ ਹਮਾਰੇ, ਮੇਰੀ ਬੇਨਤੀ ਜੀਓ, ਮੇਰੇ ਜੀ ਦੀ ਬੇਨਤੀ, ਮੇਰੇ ਅੰਦਰਲੇ ਦੀ ਬੇਨਤੀ, ਮੇਰੇ ਅੰਤਰਾਤਮੇ ਦੀ ਆਵਾਜ਼ ਹੈ। ਮੇਰੇ ਅੰਤਰ ਆਤਮੇ ਦੀ ਆਵਾਜ਼ ਹੈ। ਵੀ ਆਪਾਂ ਕਹਿੰਦੇ ਵੀ ਜਾਣਕਾਰੀ ਲੈਣੀ ਹੈ ਜਾਂ ਵਾਕਿਆ ਤੈਨੂੰ ਚੀਜ਼ ਚਾਹੀਦੀ ਹੈ। ਉਹ ਜਦੋਂ ਕਹਿੰਦਾ ਚਾਹੀਦੀ ਹੈ, ਉਹ ਅੰਦਰੋਂ ਆਵਾਜ਼ ਆ ਰਹੀ ਹੈ। ਜਾਣਕਾਰੀ ਵਾਲਾ ਸਿਸਟਮ ਅਜੇ ਉੱਪਰ ਲਈ ਹੈ, ਜਾਣਕਾਰੀ ਲੈਣੀ ਹੈ। ਸੋ ਹੇ ਸੰਤ ਜਨੋ, ਮੇਰੀ ਇਹ ਬੇਨਤੀ ਆ, ਮੇਰੇ ਜੀਓ, ਮੇਰੇ ਅੰਦਰੋਂ ਬੇਨਤੀ ਆ, ਕਿਰਪਾ ਕਰਕੇ ਮੇਰੀ ਬੇਨਤੀ ਸੁਣੋ। ਹਰ ਬਿਨ ਮੁਕਤ ਨ ਕਾਹੂ ਜੀਓ। ਮੈਂ ਹੁਣ ਇਹ ਗੱਲ ਜਾਣ ਗਿਆ ਕਿ ਤੇਰੇ ਨਾਮ ਤੋਂ ਬਿਨਾਂ ਮੈਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਮੁਕਤੀ ਸਭ ਤੋਂ ਪਹਿਲਾਂ ਇਸ ਸੰਸਾਰ ਦੇ ਵਿੱਚ ਇਹਦੇ ਆਪਣੇ ਆਪ ਦੀ ਮੁਕਤੀ ਹੁੰਦੀ ਹੈ। ਇੱਕ ਤਾਂ ਹੁੰਦੇ ਨਾ ਮਰਿਆ ਦਰਗਾਹ ਦੇ ਵਿੱਚ ਲੇਖਾ ਕੋਈ ਨਾ ਹੋਇਆ, ਮੁਕਤੀ ਹੋ ਗਈ। ਇੱਕ ਮੁਕਤੀ ਆਪਾਂ ਇਹ ਵੀ ਮੰਨਦੇ ਹਾਂ ਵੀ ਜਦੋਂ ਇਹਨੂੰ ਕੋਈ ਸਰੀਰ ਨਹੀਂ ਮਿਲਦਾ, ਪ੍ਰੇਤ ਬਣ ਕੇ ਭਟਕਦਾ ਫਿਰਦਾ, ਅਤੇ ਜਦੋਂ ਸਰੀਰ ਮਿਲ ਜਾਂਦਾ ਕਹਿਣਾ ਮੁਕਤੀ ਹੋ ਗਈ, ਮੁਕਤੀ ਹੋ ਗਈ। 84 ਲੱਖ ਜੋਨਾਂ ਨੇ ਜਦੋਂ ਜੀਵ ਮਰ ਗਿਆ, ਹੁਣ ਉਹਦਾ ਅਗਲਾ ਘਰ ਤਿਆਰ ਹੈ, ਕਹਿਣਾ ਇਹਦੇ ਇਸ ਸਰੀਰ ਤੋਂ ਛੁਟਕਾਰਾ ਮਿਲ ਗਿਆ, ਮੁਕਤੀ ਹੋ ਗਈ। ਕੋਈ ਬਹੁਤ ਰੋਗਾਂ ਦੇ ਵਿੱਚ ਗ੍ਰਸਤ ਹੈ, ਦਿਨ ਵੀ ਤੇ ਰਾਤ ਵੀ ਹਾਏ ਹਾਏ ਕਰਦਾ, ਉਹ ਮਰਿਆ, ਕਹਿਣਾ ਲੈ ਵੀ ਮੁਕਤੀ ਹੋ ਗਈ। ਦੁਖੀ ਸੀ ਵਿਚਾਰਾ ਕਹਿਣਾ। ਪਰ ਇਸ ਮਾਰਗ 'ਤੇ ਚੱਲਦੇ ਹਾਂ, ਜਿਹੜੀ ਮੁਕਤੀ ਸਾਨੂੰ ਚਾਹੀਦੀ ਹੈ, ਰੱਬ ਨੂੰ ਮਿਲਣ ਤੋਂ ਪਹਿਲਾਂ ਮੋਕਸ਼ ਮਿਲਦਾ, ਜਿਹੜਾ ਗਿਆਨ ਪ੍ਰਾਪਤ ਹੋਣਾ ਨਾ, ਉਹ ਤੋਂ ਪਹਿਲਾਂ ਮੁਕਤੀ ਕਿਹੜੀ ਮਿਲਦੀ ਹੈ? ਜਿਹੜੀਆਂ ਸਾਡੀਆਂ ਲੋੜਾਂ ਨੇ, ਜਿਹੜੇ ਅਸੀਂ ਸਵਾਦਾਂ 'ਚ ਪਏ ਹੋਏ ਹਾਂ, ਜਿਹੜੇ ਸਾਡੇ ਇੰਦਰੇ ਨੇ ਨਾ, ਇਹਨਾਂ ਨੂੰ ਮੁਕਤੀ ਮਿਲਦੀ ਹੈ ਸਵਾਦਾਂ ਤੋਂ। ਇਹ ਤਾਂ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਸਾਦੀ ਜੀਭ ਨਾ ਰੱਜੀਆਂ। ਸਵਾਦਾਂ ਦੇ ਨਾਲ ਜੀਭਾਂ ਨਹੀਂ ਰੱਜਦੀਆਂ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਅੱਖਾਂ ਨਹੀਂ ਰੱਜਦੀਆਂ। ਕਈ ਤਰ੍ਹਾਂ ਦੇ ਰੰਗ ਤਮਾਸ਼ੇ ਆ ਅੱਖਾਂ ਦੇ ਮਨੁੱਖ ਦੇ ਦੇਖਣ ਦੀ ਚਾਹਤ ਹੀ ਹੈ। ਕਈ ਤਰ੍ਹਾਂ ਦੇ ਇਹਨੇ ਡਰਾਮੇ ਕੀਤਾ, ਹੋਰ ਕਈ ਤਰ੍ਹਾਂ ਦੇ ਸਿਸਟਮ ਨੇ ਦੇਖਣ ਵਾਸਤੇ। ਮਨੋਰੰਜਨ, ਅੱਖਾਂ ਦਾ ਮਨੋਰੰਜਨ ਬੜਾ ਕੁਝ ਤਿਆਰ ਕਰ ਲਿਆ। ਰੱਜੀਆਂ ਅੱਖਾਂ ਨਹੀਂ ਰੱਜਦੀਆਂ, ਨਾ ਕੰਨ ਰੱਜਦੇ ਨੇ, ਅੱਖਾਂ ਰੱਜਦੀਆਂ। ਨਾ ਅੱਖਾਂ ਦੀ ਮੁਕਤੀ, ਨਾ ਕੰਨਾਂ ਦੀ ਮੁਕਤੀ, ਨਾ ਭਾਈ ਜੀਭਾਂ ਦੀ ਮੁਕਤੀ ਹੈ। ਸੋ ਇਹ ਮੁਕਤੀ ਹੋਣੀ ਬੜੀ ਜ਼ਰੂਰੀ ਹੈ। ਜਿੰਨਾ ਚਿਕਰ ਇਹ ਬੰਧਨ ਨਹੀਂ ਟੁੱਟਦੇ, ਬੰਧਨ ਤੋੜੇ ਹੋਵੇ ਮੁਕਤ, ਜਿੰਨਾ ਚਿਕਰ ਜਿਹੜੇ ਬੰਧਨ ਨੇ, ਇਹ ਬੰਧਨ ਹੀ ਹੈ, ਹੋਰ ਕੀ ਹੈ? ਇਕੱਲਾ ਬੰਧਨ ਸੋ ਧੀਆਂ ਪੁੱਤਰ ਭੈਣ ਭਾਈ, ਇਕੱਲਾ ਇਹੋ ਹੀ ਬੰਧਨ ਨਹੀਂ ਹੈ। ਅਸੀਂ ਜਿਹੜਾ ਸਵਾਦਾਂ 'ਚ ਫਸੇ ਪਏ ਹਾਂ, ਇਹ ਬੰਧਨ ਬੜੇ ਵੱਡੇ ਨੇ। ਜੇ ਪਰਿਵਾਰ ਤਾਂ ਛੱਡ ਜਾਊ, ਕੋਈ ਪਰਿਵਾਰ ਤਾਂ ਛੱਡ ਜਾਊ ਵੀ ਹਾਂ ਬੰਧਨ ਟੁੱਟ ਗਿਆ, ਤਾਂ ਆਸਾਨ ਤਰੀਕਾ, ਇਹ ਤਾਂ ਬੜਾ ਆਸਾਨ ਤਰੀਕਾ ਆ। ਇੰਝ ਬੰਧਨ ਨਹੀਂ ਟੁੱਟਦੇ।
ਬੰਧਨ ਟੁੱਟਦੇ ਨੇ ਗਿਆਨ ਦੇ ਨਾਲ। ਜਦੋਂ ਗਿਆਨ ਹੋ ਜਾਂਦਾ, ਗੁਰੂ ਗਿਆਨ ਹੀ ਕਰਾਉਂਦਾ, ਗੁਰੂ ਸਾਨੂੰ ਗਿਆਨ ਕਰਾਉਂਦਾ ਨਾ ਵੀ ਭਾਈ ਗਿਆਨ ਕਰਾਤਾ, ਸਵਾਦਾਂ ਦੇ ਨਾਲ ਰੱਜਿਆ ਕਦੀ, ਗਿਆਨ ਹੋ ਗਿਆ, ਪਤਾ ਲੱਗ ਗਿਆ। ਅੱਖਾਂ ਵੇਖ ਵੇਖ ਰੱਜੀਆਂ ਕਦੀ, ਪਤਾ ਲੱਗ ਗਿਆ, ਗਿਆਨ ਹੋ ਗਿਆ। ਕੰਨ ਸੁਣ ਸੁਣ ਕੇ ਰੱਜੇ, ਗਿਆਨ ਹੋ ਗਿਆ। ਭਗਤਾਂ ਨੇ ਗਿਆਨ ਦਿੱਤਾ, ਸਰਵਣੀ ਸੁਜਸ ਪੂਰ ਰਾਖੂੰ, ਗਿਆਨ ਦਿੱਤਾ ਸਾਨੂੰ ਵੀ ਜਿਹੜੇ ਕੰਨ ਨੇ ਭਰ ਕੇ ਰੱਖਿਆ ਕਰ ਰੱਬ ਦੇ ਜਸ ਦੇ ਨਾਲ, ਗਿਆਨ ਦੇ ਦਿੱਤਾ ਸਾਨੂੰ। ਸੋ ਗਿਆਨ ਦੇ ਨਾਲ ਅਸੀਂ ਆਪਣੇ ਬੰਧਨਾਂ ਤੋਂ ਮੁਕਤ ਹੁੰਦੇ ਹਾਂ। ਜਦੋਂ ਆਪਣੀਆਂ ਲੋੜਾਂ ਤੋਂ ਅਸੀਂ ਮੁਕਤ ਹੁੰਦੇ ਹਾਂ, ਬੰਧਨ ਟੁੱਟਦੇ ਨੇ ਸਾਡੇ, ਫੇਰ ਭਗਤੀ ਦਾ ਮਾਰਗ ਕਿਤੇ ਜਾ ਕੇ ਸ਼ੁਰੂ ਹੁੰਦਾ, ਫੇਰ ਕਿਤੇ ਸਟਾਰਟ ਹੁੰਦਾ। ਉਹ ਹੁਣ ਕਹਿੰਦੇ ਹਰ ਬਿਨ ਮੁਕਤ ਨਾ ਕਾਹੂ ਜੀਉ। ਇਹ ਤੇ ਹਰ ਦਾ ਅਰਥ ਆਵੇਗਾ ਬ੍ਰਹਮ ਦਾ ਗਿਆਨ, ਕਿ ਹਰ ਸ਼ਬਦ ਦੇ 500 ਅਰਥ ਨੇ। ਜਿਹੜਾ ਹਰ ਸ਼ਬਦ ਹੈ ਪ੍ਰਕਰਣ ਦੇ ਹਿਸਾਬ ਦੇ ਨਾਲ ਇਹ ਅਰਥ ਲੱਗਦਾ ਹੈ। ਭਾਵ ਤੇਰੇ ਬ੍ਰਹਮ ਦੇ ਗਿਆਨ ਤੋਂ ਬਿਨਾਂ ਕਦੀ ਮੁਕਤੀ ਨਹੀਂ, ਸਰੀਰ ਦੀਆਂ ਲੋੜਾਂ ਤੋਂ ਖਲਾਸੀ ਨਹੀਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ, ਕਹਿੰਦੇ ਵੀ ਆਪਣੀਆਂ ਲੋੜਾਂ ਦੀਆਂ ਗੱਲਾਂ ਕਰਦੇ ਨੇ, ਕਹਿੰਦੇ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ ਕੀਤੀ ਵਗੇ ਪਾਉਣ। ਸੋ ਆਪਣੀ ਹੀ ਗੱਲ ਸੁਣੀ ਉਹਨੇ ਸੁਣੀ ਕਰ ਦੇਣੀ। ਜਿਹੜੀ ਤਾਂ ਚੰਗੀ ਗੱਲ ਹੈ ਉਹ ਸੁਣਨੀ ਹੈ, ਜਿਹੜੀ ਗੱਲ ਚੰਗੀ ਨਹੀਂ ਹੈ, ਭਟਕਾਉਂਦੀ ਹੈ ਮੈਨੂੰ, ਮੇਰੇ ਲਿਵ ਦੇ ਰਾਹ ਵਿੱਚ ਰੋੜ ਹੈ, ਮੈਂ ਉਹ ਗੱਲ ਨਹੀਂ ਸੁਣਦਾ। ਕਹਿੰਦੇ ਸੋ ਇੱਦਾਂ ਦਾ ਗਿਆਨ ਬਾਣੀ ਦਿੰਦੀ ਸਾਨੂੰ। ਰਹਾਉ ਮਨ ਨਿਰਮਲ ਕਰਮ ਕਰ, ਆਪਣੇ ਮਨ ਨੂੰ ਉਪਦੇਸ਼ ਦਿੱਤਾ ਤਾਂ ਗੁਰੂ ਨੇ ਨਾ, ਗੁਰੂ ਨੇ ਗਿਆਨ ਦਿੱਤਾ। ਤੇ ਹੁਣ ਆਪਾਂ ਇਹ ਪੜ੍ਹਨੇ ਵਾਲੇ ਲਈ ਵੀ ਉਪਦੇਸ਼ ਹੈ, ਸੁਣਨੇ ਵਾਲੇ ਲਈ ਵੀ ਉਪਦੇਸ਼ ਹੈ। ਸੇ ਨਹੀਂ ਵੀ ਜਿਹੜਾ ਸੁਣਾਉਣੇ ਵਾਲਾ ਉਹਦੇ ਉਪਦੇਸ਼ ਨਹੀਂ ਹੈ, ਕਿਉਂਕਿ ਉਹਦੇ ਕੋਲ ਮਨ ਨਹੀਂ, ਉਹਦਾ ਵੀ ਜੇ ਮਨ, ਉਹ ਕਿਹੜਾ ਜੇ ਮਨ ਚਿੱਤ ਇੱਕ ਹੋ ਗਿਆ, ਅਜੇ ਤਾਂ ਉਹ ਵੀ ਤਾਂ ਆਸੇ ਪਾਸੇ ਤੁਰਿਆ ਫਿਰਦਾ। ਇਸ ਕਰਕੇ ਮਨ ਨੂੰ ਉਪਦੇਸ਼, ਮਨ ਨਿਰਮਲ ਕਰਮ ਕਰ, ਮਾਨਾ ਚੰਗੇ ਕਰਮ ਕਰ। ਸੋ ਭਾਵ ਚੰਗੀ ਸੋਚ ਕਰ, ਚੰਗੀ ਸੋਚ ਰੱਖ, ਚੰਗੇ ਫੁਰਨੇ ਬਣਨੇ ਚਾਹੀਦੇ ਨੇ, ਕਰਮ ਹੈ, ਇਹ ਵੀ ਕਰਮ ਹੈ। ਹੱਥਾਂ ਪੈਰਾਂ ਨਾਲ ਤਾਂ ਕਰਮ ਰੋਜ਼ ਦਾ ਕੋਈ ਸੈਂਕੜਿਆਂ ਦੇ ਹਿਸਾਬ ਨਾਲ ਹੁੰਦਾ, ਅਤੇ ਮਨ ਬੁੱਧੀ ਕਰਕੇ ਤਾਂ ਹਜ਼ਾਰਾਂ ਲੱਖਾਂ 'ਚ ਗਿਣਤੀ ਚਲ ਜਾਂਦੀ ਹੈ। ਸੋ ਇਸ ਕਰਕੇ ਭਾਈ ਮਨ ਬੁੱਧੀ 'ਤੇ ਧਿਆਨ ਦੇਣਾ ਪੈਣਾ ਵੀ ਕਰਮ ਨਿਰਮਲ ਵੀ ਹੈ ਜਾਂ ਨਹੀਂ। ਮਨ ਨਿਰਮਲ ਕਰਮ ਕਰ, ਤਾਰਨ ਤਰਨ ਹਰ। ਇਸ ਸੰਸਾਰ ਨੂੰ ਤਰਨ ਦੇ ਵਾਸਤੇ ਜਿਹੜਾ ਤਰਨ ਜਹਾਜ਼ ਹੈ ਉਹ ਕੇਵਲ ਤੇ ਕੇਵਲ ਹਰ ਹੈ। ਇਹ ਜਿਹੜਾ ਬ੍ਰਹਮ ਦਾ ਗਿਆਨ ਹੈ ਨਾ, ਸੋ ਇਸ ਦੇ ਨਾਲ ਹੀ ਤੂੰ ਤਰ ਸਕਦਾ ਹੈ। ਮਹਾਰਾਜ ਕਹਿੰਦੇ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕਿਹਨੂੰ ਕਿਹਾ ਜਾਂਦਾ? ਜਿਹਨੂੰ ਬ੍ਰਹਮ ਦਾ ਗਿਆਨ ਆ ਜਾਊਗਾ। ਇਸ ਕਰਕੇ ਇਸ ਸੰਸਾਰ ਤੋਂ ਸਾਨੂੰ ਤਾਰਨੇ ਵਾਲਾ ਬ੍ਰਹਮ ਦਾ ਗਿਆਨ, ਬਾਣੀ ਦਾ ਗਿਆਨ ਹੈ, ਉਹ ਤਾਰਦਾ ਹੈ। ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਜੰਜਾਲ ਕੀ ਆ? ਜਨ ਜਾਲ, ਜਿਹਦੇ ਵਿੱਚ ਸਾਰੇ ਹੀ ਜੀਵ ਫਸਦੇ ਨੇ। ਅਸੀਂ ਮਨੁੱਖ ਜਨ ਜਨਾਂ ਦਾ ਜਾਲ। ਹੁਣ ਦੇਖੋ ਜਨ ਸ਼ਬਦ ਕਿੱਡਾ ਉੱਚਾ ਆ, ਪਰ ਜਦ ਇਹਦੇ ਨਾਲ ਜਾਲ ਲੱਗ ਗਿਆ ਨਾ, ਅਰਥ ਬਦਲ ਗਿਆ। ਇਹ ਪਰਿਵਾਰ ਬਣ ਗਿਆ, ਸਾਡੇ ਰਿਸ਼ਤੇਦਾਰ ਬਣ ਗਏ, ਸੱਜਣ ਮਿੱਤਰ ਬਣ ਗਏ, ਜਿਹੜੇ ਸਾਨੂੰ ਬੰਦਗੀ ਵਾਲੇ ਪਾਸੇ ਤੋਂ ਰੋਕ ਰਹੇ ਨੇ, ਖਿੱਚ ਰਹੇ ਨੇ। ਉਹਨਾਂ ਦੇ ਸਾਰਿਆਂ ਦੇ ਖਿੱਚਣ ਦਾ ਆਪੋ ਆਪਣਾ ਹੀ ਤਰੀਕਾ ਹੁੰਦਾ ਹੈ। ਜੇ ਪਰਿਵਾਰ ਵਿੱਚ ਫਸ ਕੇ ਅਸੀਂ ਰੱਬ ਤੋਂ ਦੂਰ ਜਾ ਰਹੇ ਹਾਂ, ਮੇਰਾ ਪਰਿਵਾਰ ਮੇਰੇ ਲਈ ਜੰਜਾਲ ਬਣ ਗਿਆ। ਜੇ ਰਿਸ਼ਤੇਦਾਰ ਸਾਕ ਸੰਬੰਧੀਆਂ ਵਿੱਚ ਫਸ ਕੇ ਅਸੀਂ ਰੱਬ ਤੋਂ ਦੂਰ ਜਾ ਰਹੇ ਹਾਂ, ਅਤੇ ਮੇਰਾ ਜਿਹੜਾ ਇਹ ਰਿਸ਼ਤੇਦਾਰਾਂ ਦਾ, ਸੰਬੰਧੀਆਂ ਦਾ ਦਾਇਰਾ, ਇਹ ਮੇਰੇ ਲਈ ਜੰਜਾਲ ਬਣ ਗਿਆ। ਸੋ ਜਨਾਂ ਦਾ ਬੁਣਿਆ ਹੋਇਆ ਜੰਜਾਲ, ਜਿਹੜਾ ਜਾਲ ਆ, ਉਹਦੇ ਵਿੱਚ ਫਸਦਾ, ਉਹਦੇ ਵਿੱਚ ਫਸ ਜਾਂਦਾ ਹੈ। ਸੋ ਜਨ ਜਾਲ, ਤੇਰੇ ਆਪਣੇ ਹੀ ਜੋ ਖਿਆਲਾਤ ਨੇ ਉਹ, ਕਿਉਂਕਿ ਜਨ ਦਾ ਜਾਲ,
ਸੋ ਇਹਦੇ ਵਿੱਚ ਵੀ ਹੁਣ ਜਿਹੜਾ ਜਨ ਸ਼ਬਦ ਆ ਭਗਤ ਵਾਸਤੇ ਨਹੀਂ ਆਉਂਦਾ। ਜਦੋਂ ਜਾਲ ਸ਼ਬਦ ਲੱਗ ਗਿਆ ਨਾ ਫਿਰ ਇਹ ਅਰਥ ਬਦਲ ਗਿਆ। ਸੇ ਹੇ ਪ੍ਰਮਾਤਮਾ, ਹੇ ਪ੍ਰਮਾਤਮਾ, ਹੇ ਪਰਮੇਸ਼ਰ, ਕਿਰਪਾ ਕਰ ਆਪਣੇ ਬ੍ਰਹਮ ਦਾ ਗਿਆਨ ਦੇ। ਜਦੋਂ ਬ੍ਰਹਮ ਦਾ ਗਿਆਨ ਪ੍ਰਾਪਤ ਹੋਵੇ, ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜਿਉ ਸੋਝੀ ਵਹੀ। ਗੱਲ ਤਾਂ ਸੋਝੀ ਦੀ ਹੈ ਸਾਰੀ, ਬੁੱਧ ਬਦਲੀ ਸਿੱਧ ਪਾਈ। ਸੋ ਬਾਕੀ ਸਾਰੇ ਫਸਣੇ ਵਾਲੇ ਜਿਹੜੇ ਕੰਮ ਨੇ, ਜਾਲ ਫਸਾਉਂਦਾ ਹੀ ਹੈ। ਜਿਹੜੇ ਫਸਣੇ ਵਾਲੇ ਕੰਮ ਨੇ ਉਹ ਤੇਰੇ ਕਿਤੇ ਕੰਮ ਨਹੀਂ ਆਉਣੇ। ਜਿਹਦੇ ਵਿੱਚ ਵੀ ਤੂੰ ਫਸ ਗਿਆ, ਬੰਦਾ ਫਸਿਆ ਜਦੋਂ ਪਤਾ ਲੱਗੇ ਜਾਂਦਾ ਹਰੇਕ ਨੂੰ ਕਿੱਥੇ ਫਸਿਆ ਹੋਇਆ, ਕਿੱਧਰ ਫਸਿਆ ਹੋਇਆ, ਸਭ ਪਤਾ ਲੱਗ ਜਾਂਦਾ। ਕਹਿੰਦੇ ਜੀਵਨ ਦੇਵਾ ਪਰ ਬ੍ਰਹਮ ਸੇਵਾ, ਇਹ ਉਪਦੇਸ਼ ਮੁਕੋ ਗੁਰ ਦੀਨਾ ਜੀਓ। ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ, ਇਹ ਉਪਦੇਸ਼ ਮੁਕੋ ਗੁਰ ਦੀਨਾ ਜੀਓ। ਗੁਰਬਾਣੀ ਦੇ ਗਿਆਨ ਨੇ ਮੈਨੂੰ ਇਹ ਉਪਦੇਸ਼ ਦਿੱਤਾ ਹੈ। ਉਪਦੇਸ਼ ਕੀ ਦਿੱਤਾ? ਜਿਹੜੀ ਪਾਰ ਬ੍ਰਹਮ ਦੀ ਸੇਵਾ ਹੈ ਨਾ, ਸੋ ਇਹਦੇ ਨਾਲ ਅਸਲ ਜੀਵਨ ਦੇਵਾ ਜੀਵਨ ਮਿਲਦਾ। ਜਿਹੜੀ ਪਾਰ ਬ੍ਰਹਮ ਦੀ ਸੇਵਾ, ਇਹਦੇ ਨਾਲ ਜੀਵਨ ਅਸਲ ਪ੍ਰਾਪਤ ਹੁੰਦਾ। ਜੀਵਨ ਦੇਵਾ, ਦੇਵਾ ਕੀ ਹੈ? ਪ੍ਰਕਾਸ਼। ਪਾਰ ਬ੍ਰਹਮ ਪਰਮੇਸ਼ਰ ਦੀ ਸੇਵਾ ਦੇ ਨਾਲ ਸਾਡੇ ਜੀਵਨ ਦੇ ਵਿੱਚੋਂ ਅੰਧਕਾਰ ਦੂਰ ਹੋ ਜਾਂਦਾ। ਜੀਵਨ ਦੇ ਵਿੱਚ ਤੇਰਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਦੀ ਸੇਵਾ ਕੀ ਹੈ? ਬਾਣੀ ਨੂੰ ਰੱਬ ਮੰਨਿਆ, ਬਾਣੀ ਦੀ ਸੇਵਾ। ਬਾਣੀ ਦੀ ਸੇਵਾ, ਬਾਣੀ ਦੀ ਸੇਵਾ ਹੈ ਕਿ ਬਾਣੀ ਨੂੰ ਪੜ੍ਹਨਾ, ਪੜ੍ਹਾਉਣਾ, ਸਮਝਣਾ, ਸਮਝਾਉਣਾ। ਬਾਣੀ ਨੇ ਜੋ ਲਿਖਿਆ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਅਤੇ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਨਾ, ਬਾਣੀ ਦੀ ਸੇਵਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼, ਸੁਖਾਸਣ, ਚੌਰ ਸਾਹਿਬ, ਸਾਰੀ ਇਹ ਜਿਹੜੀ ਗੁਰੂ ਦੀ ਸੇਵਾ ਆ, ਪਾਰ ਬ੍ਰਹਮ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰਗੁਣ ਰੂਪ ਦੀ ਜਿਹੜਾ ਗੁਰਬਾਣੀ ਦਾ ਗਿਆਨ ਹੈ, ਨਿਰਗੁਣ ਰੂਪ ਦੀ ਸੇਵਾ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ, ਸਰਗੁਣ ਰੂਪ ਦੀ ਜਿਹੜੀ ਸੇਵਾ, ਇਹ ਵੀ ਸਾਨੂੰ ਸੋ ਜੀਵਨ ਵਿੱਚ ਪ੍ਰਕਾਸ਼ ਦਿੰਦਾ, ਰੋਸ਼ਨੀ ਦਿੰਦਾ, ਜੀਵਨ ਵਿੱਚ ਪ੍ਰਕਾਸ਼ ਆ ਜਾਂਦਾ। ਫਿਰ ਸਮੁੱਚੀ ਖਲਕਤ ਦੀ ਸੇਵਾ, ਜਿੰਨੀ ਖਲਕਤ ਹੈ, ਸਾਧ ਸੰਗਤ ਦੀ ਸੇਵਾ। ਸਾਧ ਸੰਗਤ ਦੀ ਸੇਵਾ ਕਾਹਦੀ ਹੈ? ਕਹਿੰਦੇ ਪਾਰ ਬ੍ਰਹਮ ਸੇਵਾ। ਪਾਰ ਬ੍ਰਹਮ ਨੇ ਜੋ ਰਚ ਦਿੱਤਾ, ਜੋ ਬਣਾ ਦਿੱਤਾ, ਉਹਦੀ ਸੇਵਾ ਰੱਬ ਦੀ ਸੇਵਾ ਹੋਈ। ਇਹਦੇ ਨਾਲ ਸਾਡੇ ਜੀਵਨ ਦੇ ਵਿੱਚ ਪ੍ਰਕਾਸ਼ ਮਿਲਦਾ। ਜਦੋਂ ਜੀਵਨ ਵਿੱਚ ਪ੍ਰਕਾਸ਼ ਮਿਲ ਗਿਆ, ਫਿਰ ਕਦੀ ਠੇਡਾ ਨਹੀਂ ਖਾਂਦਾ, ਡਿੱਗਦਾ ਨਹੀਂ ਹੈ, ਨਾ ਡੋਲਦਾ ਨਾ ਡਿੱਗਦਾ, ਦਿਸਦਾ। ਇਹਨੂੰ ਇਹ ਵੀ ਪਤਾ ਲੱਗਦਾ ਕੀ ਕਹਿਣਾ ਕੀ ਨਹੀਂ ਕਹਿਣਾ, ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ। ਲੋਕਾਂ ਦੇ ਮਗਰ ਨਹੀਂ ਲੱਗਦਾ। ਲੋਕ ਜਿਹੜੇ ਨੇ ਉਹ ਤਾਂ ਭਾਈ ਕਰਨ ਵਾਲੇ ਵੀ ਬੜੇ ਹੁੰਦੇ ਨੇ, ਵੀ ਹਾਂ ਵੀ ਇਹ ਕਰ ਲਾ, ਜਿਹੜੇ ਕਹਿਣਗੇ ਨਾ ਕਰੋ ਉਹ ਵੀ ਬੜੇ ਹੁੰਦੇ ਨੇ। ਉਹ ਵੀ ਹਰ ਕੋਈ ਆਪਣੇ ਆਪਣੇ ਸਵਾਰਥ ਅਨੁਸਾਰ ਕਰਦਾ, ਹਰ ਕੋਈ ਆਪੋ ਆਪਣੇ ਸਵਾਰਥ ਅਨੁਸਾਰ। ਇਸ ਕਰਕੇ ਤੁਹਾਡੇ ਭਲੇ ਵਾਸਤੇ ਨਹੀਂ, ਸਵਾਰਥ ਵਾਸਤੇ ਕਹੇਗਾ ਆ ਕਰ ਆ ਨਾ ਕਰ, ਉਹ ਅੰਧਕਾਰ ਹੈ ਸਾਰਾ। ਭਗਤਾਂ ਦਾ ਜੀਵਨ ਦੇਵਾ ਸੀ, ਪ੍ਰਕਾਸ਼ ਸੀ, ਰੌਸ਼ਨੀ ਸੀ। ਇਸ ਕਰਕੇ ਉਹਨਾਂ ਨੇ ਕਿਸੇ ਦੀ ਗੱਲ ਨਾ ਮੰਨਦਿਆਂ ਹੋਇਆ ਜੋ ਉਹਨਾਂ ਨੂੰ ਦਿਸਦਾ ਸੀ ਉਹ ਕਰਦੇ ਸੀ, ਕਿਉਂਕਿ ਰੌਸ਼ਨੀ ਸੀ ਨਾ ਉਹਦੇ ਕੋਲ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੰਜ ਪਿਆਰੇ ਸਾਜੇ, ਭਾਈ ਰੌਸ਼ਨੀ ਉਹਨਾਂ ਦੇ ਕੋਲ ਇਸ ਕਾਰਜ ਵਾਸਤੇ ਆਏ ਨੇ, ਪਤਾ ਵੀ ਹੁਣ ਇਹ ਕੰਮ ਕਰਨਾ। ਇਸ ਕਰਕੇ ਕਿਸੇ ਨੂੰ ਪੁੱਛ ਕੇ, ਕਿਸੇ ਦੀ ਸਲਾਹ ਦੇ ਨਾਲ ਇਹ ਅੰਮ੍ਰਿਤ ਨਹੀਂ ਤਿਆਰ ਕੀਤਾ। ਉਹਨਾਂ ਦੇ ਜੀਵਨ ਵਿੱਚ ਰੌਸ਼ਨੀ ਸੀ ਸਾਰੀ। ਜੀਵਨ ਦੇਵਾ ਪਾਰ ਬ੍ਰਹਮ ਸੇਵਾ। ਜੇ ਅਸੀਂ ਵੀ ਚਾਹੁੰਦੇ ਵੀ ਹਾਂ ਵੀ ਸਾਡੇ ਜੀਵਨ ਵਿੱਚ ਰੌਸ਼ਨੀ ਆ ਜਾਵੇ, ਪਤਾ ਲੱਗ ਜਾਵੇ, ਅੰਧਕਾਰ ਨਾ ਰਹੇ, ਅਤੇ ਫਿਰ ਪਾਰ ਬ੍ਰਹਮ, ਬਾਣੀ ਨੂੰ ਪਾਰ ਬ੍ਰਹਮ ਮੰਨਦੇ, ਬਾਣੀ ਦੀ ਸੇਵਾ, ਸੰਗਤ ਪਾਰ ਬ੍ਰਹਮ, ਸੰਗਤ ਦੀ ਸੇਵਾ, ਸੇਵਾ ਦੇ ਵਿੱਚ ਆਪਣੇ ਆਪ ਨੂੰ ਲੱਭ, ਅਤੇ ਫਿਰ ਭਾਈ ਜੀਵਨ ਵਿੱਚ ਰੌਸ਼ਨੀ ਹੈ। ਇਹ ਉਪਦੇਸ਼ ਮੁਕੋ ਗੁਰ ਦੀਨਾ ਜੀਓ, ਮੈਨੂੰ ਮੇਰੇ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਤਿਸ ਸਿਉ ਨ ਲਾਈਐ ਹੀਤ
जाको किश नाही बीत। जिहदी कोई पाया ही नहीं है बीत, जिसकी कोई औकात ही नहीं है बीत, ਉਹਦੇ ਨਾਲ ਪਿਆਰ ਕਾਹਦਾ? ਜਿਹਦੀ ਕੋਈ ਵੈਲਿਊ ਹੀ ਨਹੀਂ ਹੈ, ਔਕਾਤ ਹੀ ਨਹੀਂ ਹੈ, ਸੋ ਉਹਦੇ ਨਾਲ ਪਿਆਰ ਕਾਹਦਾ? ਤਿਸ ਸਿਉ ਨਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ। ਅੰਤ ਕੀ ਬਾਰ ਉਹ ਸੰਗ ਨਾ ਚਾਲੈ। ਬੀਤ ਆਸਰੇ ਨੂੰ ਵੀ ਕਹਿੰਦੇ ਨੇ, ਬੀਤ ਸਹਾਰੇ ਨੂੰ ਵੀ ਕਹਿੰਦੇ ਨੇ, ਬੀਤ ਪੜਦੇ ਨੂੰ ਵੀ ਕਹਿੰਦੇ ਨੇ, ਬੀਤ ਓਲੇ ਨੂੰ ਵੀ ਕਹਿੰਦੇ ਨੇ। ਓਲਾ ਪੜਦਾ, ਸੋ ਜਿਹੜਾ ਪੜਦਾ ਸਾਡੇ ਪੜਦੇ ਨਾ ਟਕੇ, ਉਸ ਪੜਦੇ ਨੂੰ ਕੀ ਕਰਨਾ? ਬੰਦਾ ਪੜਦੇ ਬਣਾਉਂਦਾ ਹੀ ਹੈ, ਪੜਦੇ ਵੀ ਹਾਂ ਵੀ ਠੀਕ ਹੈ ਮੇਰਾ ਪੜਦਾ ਹੈ ਢੱਕ ਲੂਗਾ, ਨਹੀਂ। ਜਿਹੜਾ ਇਹ ਪੜਦਾ ਬਣਾਉਂਦਾ ਉਹ ਪੜਦਾ ਇਹਦਾ ਢੱਕਦਾ ਨਹੀਂ ਢੱਕਦਾ। ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ। ਸਤਿਗੁਰੂ ਸਾਡੇ ਪਾਪੀਆਂ ਦੇ ਪੜਦੇ ਢੱਕਦੇ ਨੇ, ਬਾਕੀ ਤਾਂ ਸਾਰੇ ਆਪੋ ਆਪਣੇ ਸਾਰੇ ਢੱਕਣ ਨੂੰ ਫਿਰਦੇ ਨੇ, ਤੇ ਬਾਕੀਆਂ ਦੇ ਪੜਦੇ ਪਾੜਦੇ ਫਿਰਦੇ ਨੇ ਸਾਰੇ। ਦੇਖ ਲਓ, ਚੈੱਕ ਕਰ ਲਓ ਕਿਹਦੇ ਕਿਹਦੇ ਪੜਦੇ ਪਾੜੇ ਇਸ ਨੇ, ਫਿਰ ਉਹਨੂੰ ਕਿਉਂ ਸਹਾਰਾ ਬਣਾਉਂਦੇ, ਕਿਉਂ ਸਹਾਰਾ ਬਣਾਉਂਦੇ ਆ? ਝੂਠ ਕਦੀ ਪੜਦਾ ਨਹੀਂ ਬਣਦਾ। ਜਿਹੜਾ ਕੂੜ ਹੈ ਉਹ ਕਦੀ ਵੀ ਉਹਨੂੰ ਅਸੀਂ ਪੜਦਾ ਬਣਾਉਂਦੇ ਹਾਂ। ਕੂੜ ਕਦੀ ਆਸਰਾ ਨਹੀਂ ਬਣਦਾ, ਕੂੜ ਨੂੰ ਅਸੀਂ ਆਸਰਾ ਬਣਾਉਂਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਭਾਈ ਇਹ ਅੰਤ ਸਮੇਂ ਇਹ ਸਹਾਰੇ ਨਹੀਂ ਚੱਲਦੇ। ਉੱਥੇ ਜਦੋਂ ਤੇਰੇ ਪਾਪ ਉਜਾਗਰ ਹੋਣੇ, ਪੜਦਾ ਨਹੀਂ ਚੱਲਣਾ ਉੱਥੇ ਸਹਾਰਾ ਨਹੀਂ ਬਣਨਾ ਕੂੜ ਨੇ। ਇਸ ਕਰਕੇ ਇਹਨੂੰ ਨਹੀਂ ਨਾ, ਇਹਨੂੰ ਆਪਣਾ ਸਹਾਰਾ ਨਾ ਬਣਾ, ਕਿਉਂਕਿ ਅੰਤ ਸਮੇਂ ਉਹਨੇ ਤੇਰੇ ਨਾਲ ਨਹੀਂ ਚੱਲਣਾ। ਅੰਤ ਕੀ ਬਾਰ ਉਹ ਸੰਗ ਨਾ ਚੱਲੈ। ਮਨ ਤਨ ਤੂੰ ਅਰਾਧ, ਹਰ ਕੇ ਪ੍ਰੀਤਮ ਸਾਧ। ਜਾ ਕੈ ਸੰਗ ਤੇਰੇ ਬੰਧਨ ਛੂਟੈ। ਜਿਹੜੇ ਹਰ ਕੇ ਪ੍ਰੀਤਮ ਸਾਧ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਔਰ ਉਹਨਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ, ਹਾਂਜੀ, ਸੋ ਉਹਨਾਂ ਦੇ ਨਾਲ ਸੰਗਤ ਕਰ, ਉਹਨਾਂ ਦਾ ਸੰਗੀ ਬਣ। ਜਾ ਕੇ ਸੰਗ, ਗੱਗੇ ਨੂੰ ਸਿਆਰੀ ਨਾ ਸੰਗੀ, ਉਹਨਾਂ ਦੇ ਸੰਗੀ ਬਣਨਾ ਪੈਂਦਾ। ਜਦੋਂ ਸੰਗੀ ਬਣੇਗਾ ਤੇਰੇ ਬੰਧਨ ਛੂਟੈ, ਤੇਰੇ ਬੰਧਨ ਛੁੱਟਣਗੇ। ਉਹਨਾਂ ਦੇ ਸੰਗੀ ਬਣ ਕੇ ਫਿਰ ਮਨ ਦੇ ਵਿੱਚ ਤੇ ਤਨ ਵਿੱਚ ਮਨ ਕਰਕੇ ਤਨ ਕਰਕੇ ਆਰਾਧਨਾ ਕਰਨੀ, ਜਿੱਦਾਂ ਉਹ ਆਰਾਧਦੇ ਨੇ, ਜਿੱਦਾਂ ਰੱਬ ਦੇ ਪਿਆਰੇ ਆਰਾਧਦੇ ਨੇ ਨਾ, ਉਸ ਤਰੀਕੇ ਦਾ ਆਰਾਧਨਾ ਕਰਨੀ। ਨਾਲੇ ਆਰਾਧਨਾ ਹੁੰਦੀ ਹੈ ਮਨ ਕਰਕੇ ਤਨ ਕਰਕੇ, ਉਹ ਆਰਾਧਨਾ ਹੁੰਦੀ ਹੈ। ਜਿੰਨਾ ਚਿਰ ਮਨ ਤਨ ਇੱਕ ਨਹੀਂ, ਉਹਨਾਂ ਚਿਰ ਆਰਾਧਨਾ ਕਾਹਦੀ? ਇੱਕ ਮਨ ਇੱਕ ਚਿੱਤ ਹੋਏ ਫਿਰ ਆਰਾਧਨਾ ਹੁੰਦੀ, ਫਿਰ ਆਰਾਧਨਾ ਸ਼ੁਰੂ ਹੁੰਦੀ ਹੈ। ਪਹਿਲੋਂ ਤਾਂ ਮਨ ਨੂੰ ਸਮਝਾਉਣ ਦੇ ਉੱਤੇ ਹੀ ਸਮਾਂ ਲੱਗਦਾ ਸਾਰਾ, ਵੀ ਮਨ ਨੂੰ ਸਮਝਾ ਦਿੱਤਾ ਹੈ, ਇਹਨੂੰ ਗਿਆਨ ਹੋ ਜਾਵੇ, ਅਵਰ ਕੁਛ ਤੇਰੇ ਸੰਗ ਨਾ ਚੱਲੇ, ਇਹਨਾਂ ਚੀਜ਼ਾਂ ਦਾ ਇਹਨੂੰ ਗਿਆਨ ਹੋ ਜਾਵੇ। ਫਿਰ ਜਦੋਂ ਗਿਆਨ ਹੁੰਦਾ ਫਿਰ ਮਨ ਕਰਕੇ ਤਨ ਕਰਕੇ ਆਰਾਧਨਾ ਵਿੱਚ ਪੈਂਦਾ। ਪਾਤਸ਼ਾਹ ਕਹਿੰਦੇ ਫਿਰ ਕੀ? ਬੰਧਨ ਛੁੱਟਦੇ ਨੇ, ਇਹਦੇ ਬੰਧਨ ਟੁੱਟਦੇ ਨੇ। ਗਹੁ ਪਾਰ ਬ੍ਰਹਮ ਸਰਨ, ਗਹੁ ਹੁੰਦਾ ਪਕੜ। ਰੱਬ ਦੀ ਸ਼ਰਨ ਵਿੱਚ ਜਦੋਂ ਆਉਣਾ ਹੈ ਨਾ, ਤੇ ਉੱਥੇ ਪਕੜ ਬਣਾ ਕੇ ਰੱਖਣੀ ਹੈ। ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਵੀ ਸੱਚੇ ਪਾਤਸ਼ਾਹ ਤੇਰੀ ਸ਼ਰਨ ਵਿੱਚ ਹੈ, ਪਕੜ ਬਣਾਉਣੀ ਚਾਹੀਦੀ। ਇੱਕ ਵਾਰੀ ਅਰਦਾਸ ਕਰਤੀ ਨਾ ਮਹਾਰਾਜ ਦੇ ਚਰਨਾਂ 'ਚ, ਉੱਥੇ ਪਕੜ ਬਣਾਉਣੀ ਚਾਹੀਦੀ। ਪਕੜ ਆਪਣੇ ਆਪ ਦੀ ਹੈ, ਗੁਰੂ ਦੀ ਨਹੀਂ, ਆਪਣੇ ਆਪ ਦੀ ਪਕੜ। ਗੁਰੂ ਦੇ ਚਰਨ ਪਕੜਨ ਤੋਂ ਭਾਵ ਕੀ ਹੁੰਦਾ? ਭਾਈ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ, ਗੁਰੂ ਦੇ ਚਰਨ ਪਕੜਨੇ। ਸ਼ਬਦ ਦੀ ਜੋ ਵਿਚਾਰਧਾਰਾ ਉਹਨੂੰ ਦ੍ਰਿੜ ਕਰਕੇ ਪਕੜ ਲੈਣਾ। ਸਤਿਗੁਰੂ ਜੀ ਆਹ ਗੱਲ ਕਹਿ ਰਹੇ ਨੇ, ਜੇ ਹੁਣ ਗੁਰੂ ਆਹ ਗੱਲ ਕਹਿੰਦਾ ਤੇ ਮੈਨੂੰ ਉੱਤੇ ਭਰੋਸਾ ਕਰਨਾ ਚਾਹੀਦਾ, ਪਕੜੋਗੇ। ਹੁਣ ਮਹਾਰਾਜ ਕਹਿੰਦੇ ਜਦ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਿਆ, ਉਹਦੀ ਪਕੜ ਰੱਖ, ਇੱਧਰ ਉੱਧਰ ਹਿੱਲ ਨਾ। ਐਵੇਂ ਕਿਸੇ ਨੇ ਕਹਿਤਾ ਛੱਡ ਤੂੰ ਆਹ ਕਰ ਲਾ, ਤੂੰ ਆਹ ਕਰ ਲਾ। ਬੰਦਾ ਕਿਵਲੇ ਮਾਹੌਲ ਦੇਖ ਕੇ ਵੀ ਪਕੜ ਢਿੱਲੀ ਪੈ ਜਾਂਦੀ ਹੈ। ਮਾਹੌਲ ਸਾਰਾ ਹੀ ਇਹਦੇ ਬਰਖਲਾਫ ਹੋ ਜਾਵੇ, ਪਕੜ ਢਿੱਲੀ ਪੈ ਜਾਂਦੀ ਹੈ। ਜਦ ਪਕੜ ਪਾਰ ਬ੍ਰਹਮ ਪਰਮੇਸ਼ਰ ਦੀ ਹੈ, ਭਾਵੇਂ ਸਾਰਾ ਜੱਗ ਬਰਖਲਾਫ ਹੋ ਜਾਵੇ, ਪਕੜ ਜਿਹੜੀ ਨਾ, ਪਕੜ ਤੇਰੀ ਪੱਕੀ ਹੋਣੀ ਚਾਹੀਦੀ। ਝੱਖੜ ਵਾਓ ਨਾ ਡੋਲੇ ਪਰਬਤ ਮੇਰਾਣ। ਸਮੇਰ ਪਰਬਤ ਡੋਲਦਾ, ਜਿੰਨੀ ਮਰਜ਼ੀ ਹਵਾ ਆਈ ਜਾਵੇ, ਤੂਫਾਨ ਚੱਲਣ,
ਉਹਨੂੰ ਡੋਲਣ ਦੀ ਲੋੜ ਨਹੀਂ। ਇਸੇ ਤਰ੍ਹਾਂ ਤੂੰ ਮੇਰੋ ਮੇਰ ਪਰਬਤ ਓਟ ਗਹੀ ਮੈਂ ਤੇਰੀ। ਹੁਣ ਗੁਰਬਾਣੀ ਜਿਹੜੀ ਹੈ ਭਾਈ, ਇਹਨੂੰ ਕੌਣ ਡਲਾ ਸਕਦਾ? ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡਿਲਾ। ਜਿਹੜਾ ਹੁਣ ਪੜ੍ਹਨੇ ਵਾਲਾ, ਸੁਣਨੇ ਵਾਲਾ, ਸਮਝਣੇ ਵਾਲਾ, ਜਿਹੜਾ ਬਾਣੀ ਦੀ ਪਕੜ ਕਰ ਗਿਆ, ਆਪਣੇ ਹਿਰਦੇ ਵਿੱਚ ਬਾਣੀ ਪਕੜ ਲਈ, ਵਿਚਾਰਧਾਰਾ ਪਕੜ ਲਈ, ਕਿੱਧਰੋਂ ਡੋਲੇਗਾ? ਨਹੀਂ ਡੋਲ ਸਕਦਾ। ਇਸ ਕਰਕੇ ਭਾਈ ਇਹ ਗੁਰਬਾਣੀ ਦੀ ਪਕੜ ਕਰ ਗਏ। ਮਹਾਰਾਜ ਕਹਿੰਦੇ ਗਹੁ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ। ਕਹਿੰਦੇ ਆਪਣੇ ਹਿਰਦੇ ਦੇ ਵਿੱਚ ਚਰਨ ਕਮਲ ਜਿਹੜੇ ਨੇ ਉਹਨਾਂ ਨੂੰ ਵਸਾ। ਅਵਰ ਆਸ ਕਛ ਪਟਲ ਨਾ ਕੀਜੈ। ਕਹਿੰਦੇ ਹੋਰ ਕਿਸੇ ਦੀ ਆਸ ਨਾ ਕਰ। ਕਹਿੰਦੇ ਹੋਰ ਕਿਸੇ ਦੀ ਆਸ ਨਾ ਕਰ, ਹੋਰ ਕਿਸੇ ਦਾ ਸਹਾਰਾ ਨਾ ਤੱਕ ਭਾਈ, ਹੋਰ ਕਿਸੇ ਦੀ ਆਸ ਨਾ ਕਰ। ਕੋਈ ਸਹਾਰਾ ਨਹੀਂ ਬਣਦਾ ਹੁੰਦਾ। ਕਹਿੰਦੇ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀਜੈ। ਉਹਦੀ ਕਿਰਪਾ ਤੋਂ ਬਿਨਾ ਸਾਨੂੰ ਕੁਝ ਵੀ ਹਾਸਲ ਨਹੀਂ ਹੋ ਸਕਦਾ। ਉਹਦੀ ਕਿਰਪਾ ਚਾਹੀਦੀ ਹੈ। ਉਹਦੀ ਕਿਰਪਾ ਦੇ ਨਾਲ ਹੀ ਸਾਨੂੰ ਗੁਰਬਾਣੀ ਦਾ ਗਿਆਨ ਪ੍ਰਾਪਤ ਹੋ ਸਕਦਾ। ਹੁਣ ਬਾਣੀ ਪੜ੍ਹਦੇ ਹਾਂ, ਚਾਹੁੰਦੇ ਤਾਂ ਸਾਰੇ ਹੀ ਵੀ ਸਾਨੂੰ ਬਾਣੀ ਦੀ ਸਮਝ ਪੈ ਜਾਵੇ। ਕਿਹੜਾ ਨਹੀਂ ਚਾਹੁੰਦਾ ਵੀ ਇਹਦੇ 'ਚ ਮਹਾਰਾਜ ਦਾ ਉਪਦੇਸ਼ ਕੀ ਹੈ, ਕੀ ਕਹਿੰਦੇ ਨੇ ਸਤਿਗੁਰੂ। ਪਰ ਜਿੰਨਾ ਚਿਕਰ ਉਹ ਕਿਰਪਾ ਨਹੀਂ ਕਰਦਾ, ਉਹਨਾਂ ਚਿਕਰ ਸਾਨੂੰ ਗੁਰਬਾਣੀ ਦੀ ਸੂਝ ਨਹੀਂ ਪੈ ਸਕਦੀ, ਸਮਝ ਨਹੀਂ ਪੈ ਸਕਦੀ ਹੈ। ਜਦੋਂ ਸਮਝ ਪੈਂਦੀ ਹੈ ਫਿਰ ਮਨ ਵਿੱਚ ਫੁਰਨਾ ਬਣਦਾ ਵੀ ਭਾਈ ਇਹ ਆਪਣੀ ਹੱਡੀ ਹੰਢਾਈਏ, ਇਹਦੇ ਧਾਰਨੀ ਬਣ ਜਾਈਏ, ਜੋ ਗੁਰਬਾਣੀ ਕਰਨ ਨੂੰ ਕਹਿੰਦੀ ਹੈ ਉਹ ਕਰੀਏ। ਉਂਝ ਤਾਂ ਬੜਾ ਔਖਾ ਲੱਗਦਾ। ਜੋ ਗੁਰਬਾਣੀ ਸਾਨੂੰ ਕਰਨ ਨੂੰ ਕਹਿੰਦੀ ਹੈ ਉਹ ਕਰਨਾ ਬੜਾ ਔਖਾ ਲੱਗਦਾ। ਜੋ ਤਿਆਗਣ ਨੂੰ ਕਹਿੰਦੀ, ਛੱਡਣ ਨੂੰ ਕਹਿੰਦੀ ਬਾਣੀ, ਉਹ ਛੱਡ ਦਈਏ। ਕੀ ਫਰਕ ਪੈਂਦਾ? ਹੁਣ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭੱਜ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਬਚਨ ਨੇ, ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭੱਜ। ਕਹਿੰਦੇ ਕਿਉਂਕਿ ਜਿਹੜਾ ਸਾਖਤ ਹੁੰਦਾ ਇਹ ਬਿਲਕੁਲ ਸੋ ਕਾਲੇ ਭਾਂਡੇ ਵਾਂਗ ਹੁੰਦਾ। ਬਾਸਨ ਕਾਰੋ ਪਰਸੀਐ ਕਛੁਕ ਲਾਗੇ ਦਾਗ। ਕਾਲਾ ਭਾਂਡਾ ਜਦੋਂ ਚੁੱਕਣਾ ਨਾ, ਉਹ ਭਾਂਡਾ ਕਾਲਾ ਜਿਹੜਾ ਅੱਗ ਦੇ ਨਾਲ ਕਾਲਾ ਹੋਇਆ ਪਿਆ, ਜਿਹੜਾ ਅੱਗ ਦੇ ਨਾਲ ਕਾਲਾ ਹੁੰਦਾ, ਉਸ ਭਾਂਡੇ ਦੀ ਗੱਲ ਕਰਦੇ ਆ। ਜਦੋਂ ਉਹਨੂੰ ਚੁੱਕਿਆ ਜਾਂਦਾ ਨਾ ਤੇ ਮਾੜਾ ਮੋਟਾ ਦਾਗ ਤਾਂ ਲੱਗੇ ਹੀ ਜਾਂਦਾ। ਜਿਹੜਾ ਤ੍ਰਿਸ਼ਨਾ ਦੀ ਅੱਗ ਦੇ ਨਾਲ ਕਾਲਾ ਹੋਇਆ ਪਿਆ ਨਾ, ਤ੍ਰਿਸ਼ਨਾ ਦੀ ਅੱਗ ਦੇ ਨਾਲ, ਉਹਦੇ ਨਾਲ ਮਾੜਾ ਮੋਟਾ ਵੀ ਸੰਗ ਕਰਾਂਗੇ ਤੇ ਉਹ ਕਾਲਕ ਲੱਗ ਜਾਂਦੀ ਹੈ। ਤਾਂ ਕਹਿਤਾ। ਸੋ ਕਬੀਰ ਸਾਹਿਬ ਦੇ ਬਚਨ ਵੀ ਸਾਖਤ ਸੰਗ ਨਾ ਕੀਜੀਏ। ਜੇ ਮਨ ਹੁਣ ਸਾਖਤ ਬਣਿਆ ਹੋਇਆ, ਮਨ ਨੂੰ ਇੰਨਾ ਸਮਝਾਈ ਜਾਂਦੇ ਸਾਖਤ ਬਣਿਆ ਹੋਇਆ, ਇਹ ਤ੍ਰਿਸ਼ਨਾ ਛੱਡਦਾ ਹੀ ਨਹੀਂ। ਕਾਲਾ ਹੋਇਆ ਪਿਆ, ਕਾਲਾ ਹੋਆ ਸਿਆ, ਐਸੀ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਹੈ। ਫਿਰ ਇਹਦੀ ਗੱਲ ਨਹੀਂ ਮੰਨਣੀ। ਜਦੋਂ ਸੰਗਤ ਤਾਂ ਹੁੰਦਾ ਜੇ ਗੱਲ ਮੰਨੀਏ। ਜਿਹੜੇ ਭਗਤਾਂ ਨੇ ਮਨ ਦੀ ਗੱਲ ਮੰਨੀ? ਨਹੀਂ ਮੰਨੀ ਉਹਨਾਂ ਨੇ। ਭਗਤਾਂ ਨੇ ਦੇਖਿਆ ਵੀ ਅਜੇ ਸਾਖਤ ਹੈ। ਜਦੋਂ ਇਹ ਸਮਝ ਜਾਵੇਗਾ ਕੋਈ ਨਹੀਂ, ਫਿਰ ਬਾਅਦ ਦੀਆਂ ਗੱਲਾਂ। ਫਿਰ ਕਹਿਤਾ ਕਬੀਰ ਨੇ ਵੀ, ਕਹਿੰਦੇ ਮਨਸਾ ਮਿਲਿਆ ਨਾ ਕੋਈ। ਕਹਿੰਦੇ ਮਨ ਵਰਗਾ ਸਾਥੀ ਆ ਨਹੀਂ ਕੋਈ। ਔਰ ਬੜੀ ਚੰਗੀ ਨੇਕ ਸਲਾਹ ਦਿੰਦਾ। ਕਿਉਂ? ਹੁਣ ਉਹ 'ਚ ਤ੍ਰਿਸ਼ਨਾ ਨਹੀਂ ਹੈ, ਹੁਣ ਉਹ ਕਾਲਾਪਨ ਨਹੀਂ ਉਸ ਵਿੱਚ, ਹੁਣ ਸਾਖਤ ਨਹੀਂ ਹੈ, ਉਹ ਮਨਮੁਖ ਨਹੀਂ, ਹੁਣ ਗੁਰਮੁਖ ਬਣ ਗਿਆ। ਫਿਰ ਸੋ ਮਨ ਦੇ ਨਾਲ ਉਹਦੀ ਸਲਾਹ, ਮਨ ਦੇ ਨਾਲ ਹੀ ਮਸ਼ਵਰਾ ਹੁੰਦਾ ਜੀ। ਗੁਰੂ ਕਲਗੀਧਰ ਨੇ ਕਹਿ ਦਿੱਤਾ, ਰਹੇ ਸਿੱਖ ਹੋ ਹੀ ਆਪਣੇ ਮਨ ਕੋ। ਕਹਿੰਦੇ ਆਪਣੇ ਮਨ ਦਾ ਹੀ ਸਿੱਖ ਹੈ। ਹੁਣ ਜੇ ਮਨ 'ਚ ਇੱਕ ਹੋ ਗਏ ਤੇ ਬਾਹਰ ਦੀ ਗੱਲ ਸੁਣਨ ਦੀ ਕੀ ਲੋੜ ਹੈ? ਸੋ ਮਨ ਐਨ ਪਾਕ ਪਵਿੱਤਰ। ਮਨ ਕਿੱਦਾਂ ਦਾ ਹੋ ਜਾਂਦਾ, ਕਿੰਨਾ ਕੁ ਪਵਿੱਤਰ ਹੋ ਜਾਂਦਾ? ਕਹਿੰਦੇ ਜੈਸੇ ਗੰਗਾ ਨੀਰ। ਮਨ ਪਹਿਲੋਂ ਕਹਤਾ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ। ਪਰ ਹੁਣ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਜਿਵੇਂ ਗੰਗਾ ਦਾ ਜਲ ਇਹੋ ਜਿਹਾ ਮੇਰਾ ਮਨ ਜਿਹੜਾ ਪਵਿੱਤਰ ਹੋ ਗਿਆ। ਸੋ ਮਨ ਦਾ ਸਾਖਤਪਨ ਜਿਹੜਾ ਨਾ ਉਹਦੀ ਕਿਰਪਾ ਦੇ ਨਾਲ ਦੂਰ ਹੁੰਦਾ। ਮਨ ਜਦੋਂ ਮਰ ਗਿਆ ਸਾਖਤਪਨ ਦੂਰ ਹੋ ਗਿਆ ਉਹਦੀ ਕਿਰਪਾ ਦੇ ਨਾਲ। ਗਿਆਨ ਉਹਦੀ ਕਿਰਪਾ ਦੇ ਨਾਲ ਆਉਂਦਾ। ਉਹਦੀ ਕਿਰਪਾ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੁੰਦਾ। ਧਿਆਨ ਲਾਉਣਾ ਉਹਦੀ ਕਿਰਪਾ ਤੋਂ ਬਿਨਾਂ ਧਿਆਨ ਲੱਗ ਜੂ। ਉਹਦੀ ਹੁਣ ਗਿਆਨ, ਧਿਆਨ ਤੋਂ ਬਿਨਾਂ ਗਿਆਨ ਹੀ ਨਹੀਂ ਆ ਸਕਦਾ। ਜਿੰਨਾ ਚਿਰ ਧਿਆਨ ਨਹੀਂ ਲੱਗਦੇ ਗਿਆਨ ਨਹੀਂ ਆ ਸਕਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣ। ਨਾ ਮੈਨੂੰ ਗਿਆਨ ਦਾ ਪਤਾ ਨਾ ਧਿਆਨ ਦਾ ਪਤਾ। ਸਾਰ ਨਾ ਜਾਣਾ ਤੇਰੀ
इस करके मैनू तेरी कोई खबर नहीं, मैनू समझ ही नहीं पई तेरी। क्यों? क्योंकि मेरे को ना ज्ञान ना ध्यान, कुछ भी नहीं है, कुछ भी नहीं है। फिर गुरु किरपा करदा, कहते चल भी सब ते वड्डा सतगुरु नानक जिन कल राखी मेरी। एक गल का फिर ज्ञान कराता, फिर ज्ञान भी आ गया, ध्यान भी आ गया, सब कुछ आंदा। एक गल की सोझी पै जाए, एक बचन किते हिरदे विच वस जाए तो फिर वो सारा कुछ ही आ जाता। सोई भगत, भगत भी वही है, ज्ञानी ध्यानी तपा, तप करने वाला। गुरमत दे विच तप की है? गुरु की सेवा, संगत की सेवा तप है, बहुत बड़ा तप है। तप का अर्थ हुंदा अपने शरीर नूं जदों ये तपाउंदा, शरीर कहना नहीं मानता, कहता करना, तप ही है, होर की है। ये कहता नहीं आलस आउंदी, सेवा नहीं करनी, शरीर नहीं काम करते, नहीं भी करनी है सेवा, वो तप है। बाणी पढ़न नूं चित नहीं करता, फिर बाणी पढ़दा, नितनेम रह गया, कहना समा हो गया, नितनेम रह गया, नींद आउंदी आ, फिर बाणी पढ़दा, वो तप है। ਵੱਧ ਤੋਂ ਵੱਧ ਬਾਣੀ ਪੜ੍ਹਦਾ, ਭਾਵੇਂ ਬਾਣੀ ਦੀ ਸਮਝ ਨਹੀਂ ਪੈਂਦੀ, ਬਾਣੀ ਅਨੁਸਾਰ ਜੀਵਨ ਨਹੀਂ ਹੋਇਆ, ਪਰ ਬਾਣੀ ਪੜ੍ਹਨੀ ਨਹੀਂ ਛੱਡਦਾ, ਇਹ ਤਪ ਹੈ, ਇਹਨੂੰ ਤਪ ਕਿਹਾ ਜਾਂਦਾ ਹੈ। ਤੇ ਪਰ ਉਹਦੀ ਕਿਰਪਾ ਦੇ ਨਾਲ ਹੀ ਇਹ ਤਪ ਹੁੰਦਾ। ਨਾਨਕ ਜਾ ਕੋ ਕਿਰਪਾ ਕੀਜੈ, ਜਿਹਦੇ ਤੇ ਮਿਹਰ ਰਹਿਮਤ ਬਖਸ਼ਿਸ਼ ਕਰ ਦਿੰਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਸਾਨੂੰ ਕੁਝ ਵੀ ਹਾਸਲ ਨਹੀਂ ਹੋ ਸਕਦਾ। ਸਤਿਗੁਰਾਂ ਨੇ ਬੜੀ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ, ਪਾਵਨ ਉਪਦੇਸ਼ ਬਖਸ਼ਿਆ। गुरु किरपा करे उपदेश साढ़े हिरदियां विच वसे, भुलां चुकां दी खिमा जी। वाहिगुरु जी का खालसा, वाहिगुरु जी की फतेह। राम कली महला तीजा। आनंद ओंकार सतगुर प्रसाद। आनंद भया मेरी माए सतगुरु मैं पाया, सतगुर तां पाया सहज छेती। मन वजियां बधाइयां राग रतन परवार भरियां, शब्द गावने आईयां शब्दों ता गाव हरि केरा। मन जिनी वसाया कह नानक आनंद हुआ, सतगुरु मैं पाया। ये मन मेरे आ तू सदा रहो हर नाले, हर नाल रहो तू मन मेरे। दुख सब विसारना अंगीकारो करे तेरा कारज सब सवारना। सबना गल्लां समरा स्वामी सो क्यों मनो विसारे। कह नानक मन मेरे सदा रहो हर नाले। साचे साहिबा क्या नाही करते रह, करता तेरा सब कुछ है जिस देह सो पावे। सदा शिव सलाह तेरी नाम मन बसावे। नाम जिनकै मन वसिया वाजे शब्द कनेरे। कह नानक सच्चे साहे क्या नाही करते रे। साचा नाम मेरा आधारो, साच नामदार मेरा जिन भुखा सब गवाइयां। करशान सुख मनाए वसिया जिन इच्छा सब पुजाइयां। सदा कुर्बान किता गुरु बिटों जिस दियां वडियाइयां। कह नानक सुनो संतो शब्द धरो प्यारो। साचा नाम मेरा आधारो, वाजे पंज शब्द तित घर सुभागे। घर सुभागे शब्द वाजे, काला जित कर धारिया। पंच दूत तुद वस कीते, काल कंटक मारिया। तर कर्म पाया तर जिनको से नाम हर के लागे। कह नानक तैसक हुआ तित कर अनहद वाजे। अन सुनो बड़ भागियों सगल मनोरथ पूरे। पार ब्रह्म प्रपाया उतरे सगल विसूरे। दुख रोग संताप उतरे सोनी सच्ची बाणी। संत साजन पहे सरसे पूरे गुरते जानी। सुनते पुनीत कहते पवित्र सतगुर रहे भरपूरे। बेनवंत नानक गौर चरण लागे वाजे अनहद तूरे। सुनते पुनीत कहते पवित्र सतगुर रहे भरपूरे। बेनवंत नानक गुर चरण लागे वाजे अनहद तूरे। वाहिगुरु जी का खालसा, वाहिगुरु जी की फतेह। तुम ठाकुर तुम
ਇਕਤ ਮਿਤ ਤੁਮੀ ਜਾਣੀ, ਨਾਨਕ ਦਾਸ ਸਤਿਗੁਰ ਬਾਣੀ। ਬੋਲੋ ਜੀ ਵਾਹਿਗੁਰੂ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਦਾ ਸਿਮਰਨ ਕਰ ਗੁਰੂ ਨਾਨਕ ਨੇ ਕਿਹਾ ਹੈ ਲੰਗਰ ਸੁਰਤੇ ਅਵਤਾਰ ਨਾਮ ਦਾ ਸਹਿ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਸਤਿ ਸਤਿ ਤੇਗ ਬਹਾਦਰ ਸਿਮਰਿਆ ਕਰੋ ਦਿਆ ਵਿਕਾਰੀ ਸਤਾਈ ਗੁਣ ਸਹਾਈ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਾਈ ਗੁਣ ਸਹਾਈ। ਦਸਾਂ ਪਾਤਸ਼ਾਹੀਆਂ ਦੀ ਕਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਅਠੀਆਂ ਜੁਗੀਆਂ ਤੁਪੀਆਂ ਸਿੱਖ ਬਾਤਾਂ ਜਿਹੜਾ ਤੇਰਾ ਨਾਮ ਪੁੱਤਿਆ ਵਣ ਛਿਆ ਦੇਖ ਚਲਾਈ ਤੇਰਵਾਨ ਦੇਖ ਗਿਆ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਕਮਾਈ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਸਿੱਖਣੀਆਂ ਕਰ ਬੇਤੀ ਦਿੱਤੇ ਮਤਲਬ ਵਾਲੇ ਖੜੇ ਧੰਨ ਆਰਿਆਂ ਨਾਲ ਕਿਰਪਾਏ ਗੁਰਦੁਆਰਿਆਂ ਦੀ ਸੇਵਾ ਦੀ ਕਿਰਪਾਈਆਂ ਕੀਤੀਆਂ ਕਰਨ ਹਾਰਿਆ ਸਿੱਖੀ ਸਿਦਕ ਕੇ ਸਾਰ ਸਵਾਸਾਂ ਨਾਲ ਭਾਇਆ ਤੇਰਾ ਸੁਖੀ ਕਰ ਕਮਾਈ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਵਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ। ਜਿਤ ਆਪ ਦਾ ਸਰਕਾਰ ਸਰਬ ਸੁਖ ਹੋਵੇ ਨਾ ਜਾਂ ਖਾਲਸਾ ਜੀ ਸਾਹਿਬ ਦਾ ਦੇਖ ਦੇਖ ਫਤਿਹ ਵਰਤ ਜੀ ਪੈਰ ਪੰਥ ਜੀ ਸਹਿਤ ਸਹਾਈ ਖਾਲਸਾ ਜੀ ਕੀ ਦੇਖਾਂ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਸਿੱਖੀ ਦਾ ਇਸ ਦਾ ਰਹਿ ਦਾ ਵੀਰ ਦਾ ਸਾਰਾ ਦਾਨਾ ਸੰਤਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਸ੍ਰੀ ਲక్ష్ਮੀ ਚੌਂਕੀਆਂ ਝੰਡੇ ਹੋਗੇ ਗੁਰੂ ਗੁਰੂ ਅਟਲ ਧਰਮ ਦਾ ਜੈ ਨਾਮ। ਬੋਲੋ ਜੀ ਵਾਹਿਗੁਰੂ। ਇਹ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਅਪਾਰ ਮੇਰ ਕਿਰਪਾ ਹੈ। ਸ਼ਹੀਦ ਸਤਿਗੁਰੂ ਸਜੇ ਦਿਵਾਣਾ ਅੰਦਰ ਦੇ ਤਮੀਮ ਦੀਆਂ ਬਾਣੀਆਂ ਦੇ ਸਾਥ ਹੋਇਆ ਸੱਚੀ ਵਾਹਿਗੁਰੂ ਜੀ ਕੀ ਸ਼ਬਦ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਯਾਦ ਮੁਝਣਾ ਦੀ ਖਿਮਾ ਕਰ ਬਾਣੀ ਦਾ ਮਹੱਤਮ ਮਈਆਂ ਸੰਗਤਾਂ ਨੂੰ ਬਖਸ਼ਣਾ ਤੇ ਵਿਵਸਥਾ ਕਰਨਾ ਸਰਬੱਤ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਬਖਸ਼ੀਆਂ ਦਾ ਕਰਨਾ ਪ੍ਰਸ਼ਾਦ ਕੀਰਤਨ ਹਾਜ਼ਰੇ ਹਰੀ ਪਾਕ ਸੰਤੋਖ ਦੀ ਪ੍ਰਾਣ ਲਾ ਬਣਾਏ ਸੀ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜਿਹੜੀ ਸਿੱਧੀ ਆਪ ਦਾ ਨਾਮ ਦੀ ਪਾਵਨ ਬਖਸ਼ੋ ਦੀ ਸੰਗਤਾਂ ਨੂੰ ਨਿਹਾਲ ਕਰੋ ਜੀ। ਸਹੀ ਪਿਆਰੇ ਮਿਲਣੇ ਜਿਹਨਾਂ ਦੇ ਨਾਮ ਸਿੱਧੀ ਆਵੇ ਨਾਮ ਦੀ ਨਾਮ ਚੜ੍ਹਦੀ ਕਲਾ ਤੇਰੇ ਕੋਲ ਕਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗਿਆ ਕਈ ਅਕਾਲ ਕੀ ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ, ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਪ੍ਰਭੂ ਮਨੋ ਚਾਹੈ ਖੋਜ ਸ਼ਬਦ ਮੈਲੇ, ਕਾ ਖਾਲਸਾ ਆਕੀ ਰਹੇ ਨ ਕੋਈ, ਹੋਈ ਸਮੈ ਬਚੇ ਸ਼ਰਨ ਜੋਇ, ਨਾਮ ਜਹਾਜ ਤਰੇ ਪਾਰ, ਗੁਰ ਪਾਰ ਉਤਾਰਨ ਹਾਰ, ਕਲਗੀ ਸੋ ਹੈ ਸੀਸ, ਹਰੀ ਰਖਿਆ ਗੁਰ ਕਲਗੀ ਕਲਗੀਤ ਜਗਦੀਸ਼। ਸੋ ਨਿਹਾਲ ਸਤਿ ਸ੍ਰੀ ਅਕਾਲ। ਕਿਆ ਖਾਲਸਾ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ।
ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਆ। ਸੋਰਠ ਮਹੱਲਾ ਚੌਥਾ ਪੰਚ ਪਦਾ। ਅਚਰਚ ਰਹਿ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭ੍ਰਮ ਕਾਟਿਆ ਜਾਈ। ਅਚਰਚ ਰਹਿ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾ ਭ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਗੁਰਮਤਿ ਰਾਮ ਨਾਮ ਪਰਗਾਸਾ, ਸਦਾ ਰਹੋ ਸਰਣਾਈ ਰਹਾਓ। ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਹਰ ਜੀਓ ਕਿਰਪਾ ਕਰਹੁ, ਗੁਰ ਮੇਲੋ ਤਾਂ ਹਰ ਨਾਮ ਸਮਾਣਾ। ਜਿਸ ਕੀ ਵਥ ਸੋਈ ਪ੍ਰਭ ਜਾਣ, ਜਿਸ ਨੂੰ ਦੇ ਸੋ ਪਾਏ। ਵਸਤ ਅਨੂਪ ਅਤ ਅਗਮ ਅਗੋਚਰ, ਗੁਰ ਪੂਰਾ ਅਲਖ ਲਖਾਏ। ਜਿਨੇ ਚਾਖੀ ਸੋਈ ਜਾਣ, ਗੂੰਗੇ ਕੀ ਮਿਠਿਆਈ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰਖੈ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨ ਕੋਈ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।